ਤਿੰਨੋਂ ਬਹਿ ਕੇ ਡਰੱਗ ਟ੍ਰੇਡ ਨੂੰ ਸੁਲਤਾਨਪੁਰ ਦੇ ਵਿੱਚ ਚਲਾਉਂਦੇ ਸੀ। ਜਿਹੜੇ ਮਾਵਾਂ ਦੇ ਪੁੱਤ ਮਰੇ ਆ ਨਾ, ਇਹ ਤਿੰਨੋਂ ਰਿਸਪੌਂਸਿਬਲ ਆ। ਰਾਣਾ ਜੀ ਨੇ ਤੇ ਸੁਲਤਾਨਪੁਰ ਦੇ ਵਿੱਚ ਜੋ ਨਸ਼ਾ ਵੇਚਿਆ ਗਿਆ ਉਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਾਹਮਣੇ ਆਵਾਜ਼ ਚੱਕੀ ਸੀ ਕਿ 4-5 ਕਰੋੜ ਰੁਪਏ ਦਾ ਪਲਾਟ ਹੋ, 5-7 ਕਰੋੜ ਰੁਪਏ ਨੇ ਉਹਦੇ ਤੇ ਲਾਇਆ। ਉਹਨੂੰ ਸੁਲਤਾਨਪੁਰ ਵਾਲੇ ਸ਼ੀਸ਼ ਮਹਿਲ ਦੇ ਨਾਂ ਨਾਲ ਕਹਿੰਦੇ ਆ। ਚੀਮੇ ਨੇ ਸ਼ੀਸ਼ ਮਹਿਲ ਬਣਾਇਆ, 7 ਕਿੱਲਿਆਂ ਦਾ ਮਾਲਕ 15 ਕਰੋੜ ਦੀ ਕੋਠੀ ਬਣਾ ਸਕਦਾ। ਉਹ ਸਰਬਜੀਤ SHO ਸੀ, ਉਹਨੂੰ ਰਾਣਾ ਜੀ ਨੇ ਹੀ ਬਦਲਾਇਆ ਤੇ ਨਵਤੇਜ ਸਿੰਘ ਚੀਮਾ ਤੀਜੇ ਦਿਨ ਜਾ ਕੇ ਉਹਨੂੰ ਵਾਪਸ ਲੈ ਆਇਆ ਕਿਉਂਕਿ ਉਹਦੀ ਕਲੈਕਸ਼ਨ ਵਾਲੀ ਮਸ਼ੀਨ ਬੰਦ ਹੋ ਗਈ ਸੀ। ਮੈਂ ਤਾਂ ਜੀ ਦੇਖੋ ਆਜ਼ਾਦ ਉਮੀਦਵਾਰ ਹੈ ਤੇ ਮੈਂ ਤਾਂ ਆਪਦਾ ਮੈਨੀਫੈਸਟੋ ਬਣਾਇਆ ਕਿ ਮੈਂ ਸੁਲਤਾਨਪੁਰ ਦੇ ਲੋਕਾਂ ਲਈ ਕੀ ਕਰਾਂ। ਜਿਨ੍ਹਾਂ ਨੇ ਪਰਚੇ ਕੀਤੇ ਆ ਲੇਟਲੀ, ਆਫਿਸਰਾਂ ਨੂੰ ਸਸਪੈਂਡ ਤਾਂ ਹੋਣਾ ਹੀ ਪਊਗਾ ਜੇ ਲੋਕਾਂ ਨੂੰ ਲੁੱਟਿਆ ਵੀ ਆ ਤੇ ਕੁੱਟਿਆ ਵੀ ਆ। ਇੱਕ ਤੇ ਇੱਥੇ ਹੈਲਥ ਸਰਵਿਸਿਜ਼ ਦਾ ਬਹੁਤ ਵੱਡੀ ਸਮੱਸਿਆ ਆ ਤੇ ਹਸਪੀਟਲ ਚੱਜਦਾ ਨਹੀਂ ਹੈਗਾ। ਆਪਣੇ ਮੈਨੀਫੈਸਟੋ 'ਚ ਮੈਂਸ਼ਨ ਕੀਤਾ ਕਿ PGI ਬਰਾਬਰ ਦੀਆਂ ਸਰਵਿਸਿਜ਼ ਦੇਊਂਗਾ। PGI ਬਰਾਬਰ ਦੀਆਂ ਸਰਵਿਸਿਜ਼ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਬਾਕੀ ਹਸਪੀਟਲਸ 'ਚ ਨਹੀਂ ਦੇ ਪਾਈਆਂ। ਤੁਸੀਂ ਆਜ਼ਾਦ ਉਮੀਦਵਾਰ ਵਜੋਂ ਕਿਵੇਂ ਦੇ ਦੋਗੇ? ਵੋਟਾਂ ਲੋਕ ਬੱਲੇ ਨੂੰ ਪਾਉਣਗੇ, ਬੈਟ ਮੇਰਾ ਚੋਣ ਨਿਸ਼ਾਨ ਹੈ ਤੇ ਜਿੱਤ ਕੇ ਅਸੀਂ ਝੋਲੀ ਪੰਜੇ ਦੀ ਚ ਪਾ ਦੇਣੀ ਹੈ ਟਿਕਟ। ਝਾੜ ਕਿੱਦਾਂ ਵਧਾਉਣਾ? ਐਗਰੀਕਲਚਰ ਪ੍ਰੈਕਟਿਸਿਸ ਦੇ ਨਾਲ। ਖਰਚਾ ਕਿੱਦਾਂ ਘਟੂਗਾ? ਮਸ਼ੀਨੀਕਰਨ। 5 ਸਾਲਾਂ ਦੀ ਜ਼ਿੰਮੇਵਾਰੀ ਨਹੀਂ ਆ ਕਿ 5 ਸਾਲਾਂ ਦੇ ਵਿੱਚ ਕਰੂੰਗਾ, ਪਹਿਲੇ 3 ਮਹੀਨਿਆਂ ਦੇ ਵਿੱਚ ਇਹ ਕੰਮ ਇੰਪਲੀਮੈਂਟ ਕਰਕੇ ਦਿਓ। ਜਿਹੜਾ ਮੈਨੀਫੈਸਟੋ ਤੁਸੀਂ ਦਿੱਤਾ ਹੈ, 1 ਕਰੋੜਾਂ ਰੁਪਇਆਂ ਦਾ ਆਲਮੋਸਟ ਇੰਨੇ ਪੈਸੇ ਲੱਗ ਜਾਣੇ ਆ। ਆਜ਼ਾਦ ਉਮੀਦਵਾਰ ਵਜੋਂ ਇੰਨੇ ਪੈਸੇ ਕਿੱਥੋਂ ਲਿਆਉਂਗੀ? ਕਾਂਗਰਸ ਦਾ ਹਿੱਸਾ ਤਾਂ ਹੈ ਨਹੀਂ ਤੁਸੀਂ। ਮੈਂ ਆਪਦੇ ਕਾਸਟ ਦੇ ਉੱਤੇ ਇੱਥੇ ਸਕੈਨਿੰਗ ਸੈਂਟਰ ਖੋਲੂੰਗਾ, ਗਰੀਬ ਜਨਤਾ ਲਈ ਫ੍ਰੀ ਤੇ ਡਾਕਟਰਾਂ ਦਾ ਇਲਾਜ ਵੀ ਗਰੀਬ ਜਨਤਾ ਦੇ ਲਈ ਫ੍ਰੀ। ਤੇ ਨਸ਼ੇ ਨੂੰ ਠੱਲ ਐਡਮਿਨਿਸਟ੍ਰੇਟਿਵ ਕੰਟਰੋਲ ਦੇ ਨਾਲ ਪਾਊਂਗਾ। ਨਾ ਕਿਸੇ ਨਸ਼ੇ ਵਾਲੀ ਦੀ ਮਦਦ ਅੱਜ ਤੱਕ ਕੀਤੀ ਆ ਤੇ ਨਾ ਜ਼ਿੰਦਗੀ 'ਚ ਕਦੇ ਕਰੂੰਗਾ। 50% ਲੋਕ ਇਲਾਜ ਨਹੀਂ ਕਰਾ ਪਾਉਂਦੇ ਪੈਸੇ ਦੇ ਕਾਰਨ। ਤੇ ਮੈਂ ਇਹ ਸੋਚਿਆ ਕਿ ਜੇ ਮੇਰੀ ਆਮਦਨ ਅੱਧੀ ਹੈਲਥ ਸਰਵਿਸਿਜ਼ ਤੇ ਚੱਲ ਜਾਏ ਤੇ ਮੈਂ ਕੀ ਮਹਿਸੂਸ ਕਰੂੰਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ TV। ਮੈਂ ਤੁਹਾਡੇ ਨਾਲ ਸੀਰਤ ਸੰਧੂ। ਸੁਲਤਾਨਪੁਰ ਲੋਧੀ ਜਿੱਥੇ ਪਹਿਲਾਂ ਹੀ ਬੜੀਆਂ ਸੁਰਖੀਆਂ 'ਚ ਰਿਹਾ, ਉੱਥੇ ਹੀ ਇੱਕ ਨਵੀਂ ਸੁਰਖੀ ਇੱਥੋਂ ਦੇ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਦਾ ਮੈਨੀਫੈਸਟੋ ਬਣਿਆ ਹੋਇਆ, ਜਿਸ ਨੂੰ ਪੜ੍ਹ ਕੇ ਐਂ ਲੱਗਦਾ ਕਿ ਇੱਕ ਇਕੱਲਾ ਆਜ਼ਾਦ ਉਮੀਦਵਾਰ ਇਹ ਸਾਰੀਆਂ ਗੱਲਾਂ ਕਿਵੇਂ ਪੂਰੀਆਂ ਕਰੂਗਾ। ਸਾਡੇ ਨਾਲ ਮੌਜੂਦ ਨੇ ਰਾਣਾ ਇੰਦਰ ਜੀ, ਗੱਲਬਾਤ ਕਰਦੇ ਹਾਂ। ਰਾਣਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਾਣਾ ਜੀ, ਸਭ ਤੋਂ ਪਹਿਲਾ ਸਵਾਲ ਇਹ ਹੈ, ਕਾਂਗਰਸ ਦਾ ਮੈਨੀਫੈਸਟੋ ਕੁਝ ਹੋਰ ਕਹਿੰਦਾ ਹੈ, ਤੁਹਾਡਾ ਕੁਝ ਹੋਰ ਕਹਿੰਦਾ। ਮੈਂ ਤਾਂ ਜੀ ਦੇਖੋ ਆਜ਼ਾਦ ਉਮੀਦਵਾਰ ਹੈ ਤੇ ਮੈਂ ਤਾਂ ਆਪਦਾ ਮੈਨੀਫੈਸਟੋ ਬਣਾਇਆ ਕਿ ਮੈਂ ਸੁਲਤਾਨਪੁਰ ਦੇ ਲੋਕਾਂ ਲਈ ਕੀ ਕਰਨਾ। ਸੋ ਮੇਰਾ ਕਾਂਗਰਸ ਦੇ ਮੈਨੀਫੈਸਟੋ ਨਾਲ ਕੋਈ ਲਿੰਕ ਨਹੀਂ, ਮੈਂ ਕਹੂੰਗਾ। ਇਸ ਤੋਂ ਬਾਅਦ ਜੇ ਜਿੱਤ ਜਾਂਦੇ ਹੋ ਜਾਓਗੇ ਤਾਂ ਕਾਂਗਰਸ 'ਚ ਹੀ ਕਿ ਆਜ਼ਾਦ ਹੀ ਰਹਿਣਾ? ਬਿਲਕੁਲ ਜਿੱਤ ਕੇ ਕਾਂਗਰਸ 'ਚ ਜਾਣਾ, ਇਹ 'ਚ ਕੋਈ ਦੋ ਰਾਏ ਨਹੀਂ। ਪਰ ਅੱਜ ਦੀ ਡੇਟ 'ਚ ਮੈਂ ਆਜ਼ਾਦ ਹਾਂ ਤੇ ਮੈਂ ਆਪਦੀ ਸੋਚ ਦੇ ਹਿਸਾਬ ਨਾਲ ਮੈਨੀਫੈਸਟੋ ਬਣਾਇਆ ਕਿ ਸੁਲਤਾਨਪੁਰ ਦੇ ਲੋਕਾਂ ਨੂੰ ਕੀ ਚਾਹੀਦਾ, ਜੋ ਇੱਥੇ ਦੀਆਂ ਲੋੜਾਂ ਨੇ ਉਸ ਹਿਸਾਬ ਨਾਲ ਮੈਂ ਟੇਲਰਡ ਮੈਨੀਫੈਸਟੋ ਬਣਾਇਆ। ਬਰੀਫਲੀ ਜੇ ਮੈਨੀਫੈਸਟੋ ਦੱਸਣਾ ਹੋਵੇ, ਬਰੀਫਲੀ ਕੀ ਕਹੋਗੇ? ਵੇਖੋ ਜੀ, ਮੈਨੀਫੈਸਟੋ ਤਾਂ ਡਿਟੇਲ 'ਚ ਦੱਸੂਗਾ, ਫਿਰ ਬਰੀਫ ਵਾਲਾ ਕੰਮ ਨਹੀਂ ਰਹਿਣਾ। ਸੁਲਤਾਨਪੁਰ ਦੇ ਵਿੱਚ 2 ਟਾਈਪ ਦੀਆਂ ਮੈਨੀਫੈਸਟੋ ਦੇ ਵਿੱਚ ਮੈਂ ਚੀਜ਼ਾਂ ਲਈਆਂ। ਇੱਕ ਤੇ ਇੱਥੇ ਹੈਲਥ ਸਰਵਿਸਿਜ਼ ਦਾ ਬਹੁਤ ਵੱਡੀ ਸਮੱਸਿਆ ਆ। ਤੁਸੀਂ ਇਹ ਕਹਿ ਸਕਦੇ ਹੋ ਕਿ ਸੁਲਤਾਨਪੁਰ ਲੋਧੀ ਸ਼ਹਿਰ ਜਿੱਥੇ 550ਵਾਂ ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਨਾਇਆ ਗਿਆ, ਉੱਥੇ ਹਸਪੀਟਲ ਚੱਜਦਾ ਨਹੀਂ ਹੈਗਾ। ਤੁਸੀਂ ਆਪਣੇ ਮੈਨੀਫੈਸਟੋ 'ਚ ਮੈਂਸ਼ਨ ਕੀਤਾ ਕਿ PGI ਬਰਾਬਰ ਦੀਆਂ ਸਰਵਿਸਿਜ਼ ਦੇਊਂਗਾ। PGI ਬਰਾਬਰ ਦੀਆਂ ਸਰਵਿਸਿਜ਼ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਬਾਕੀ ਹਸਪੀਟਲਸ 'ਚ ਨਹੀਂ ਦੇ ਪਾਈਆਂ। ਤੁਸੀਂ ਆਜ਼ਾਦ ਉਮੀਦਵਾਰ ਵਜੋਂ ਕਿਵੇਂ ਦੇ ਦੋਗੇ? ਬਹੁਤ ਸੌਖਾ ਤਰੀਕਾ। ਮੈਂ ਵੀ ਇਹ ਸੋਚਿਆ ਸੀ ਕਿ ਸਿਹਤ ਸੁਵਿਧਾ ਕਿਵੇਂ ਸਹੀ ਕਰਨੀ ਆ। ਵੇਖੋ ਪਿਛਲੇ 5 ਸਾਲਾਂ 'ਚ ਕੋਈ ਸਰਕਾਰ ਦਾ ਹਸਪਤਾਲ ਬਣਿਆ ਹੋਵੇ ਤਾਂ ਆਪਾਂ ਦੇਖ ਲਈਏ, ਮੇਰੇ ਖਿਆਲ ਨਾਲ ਨਹੀਂ ਬਣਿਆ। ਅੱਜ PGI ਹੈ ਕਿ OPD PGI ਦੀ 95% ਪ੍ਰੋਬਲਮ ਸੋਲਵ ਕਰ ਦਿੰਦੀ ਆ ਪੇਸ਼ੈਂਟਸ ਦੀ। ਤੇ PGI ਦੇ ਜਿੰਨੇ ਰਿਟਾਇਰਡ ਡਾਕਟਰਸ ਨੇ ਉਹ ਅੱਜ ਕਰਦੇ ਕੀ ਆ? ਚਾਹੇ ਉਹ ਫੋਰਟਿਸ 'ਚ ਜਾ ਕੇ ਕੰਮ ਕਰਦੇ ਆ, ਚਾਹੇ ਉਹ ਆਪਦੀ ਪ੍ਰਾਈਵੇਟ ਕਲੀਨਿਕ ਦੇ ਵਿੱਚ ਕੰਮ ਕਰਦੇ ਆ, ਜਾਂ
ਕਿਸੇ ਕਲੀਨਿਕ ਨਾਲ ਅਟੈਚ ਹੋ ਕੇ 3-3 ਘੰਟੇ ਲਾਉਂਦੇ ਆ। ਸੋ ਮੈਂ ਇਹ ਸੋਚ ਲਿਆ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਜਿੰਨੇ PGI ਦੇ ਰਿਟਾਇਰਡ ਡਾਕਟਰਸ ਨੇ, ਚਾਹੇ ਉਹ ਸਪੈਸ਼ਲਿਸਟ ਹੋਵੇ ਹੱਡੀਆਂ ਦਾ, ਲੰਗਸ ਦਾ, ਹਾਰਟ ਦਾ, ਕਿਡਨੀ ਦਾ, ਤੇ ਇੱਕ ਇੰਟਰਨਲ ਮੈਡੀਸਨ ਐਂਡ 1 ਲੇਡੀ ਡਾਕਟਰ, ਇਹ ਸਾਰਿਆਂ ਨਾਲ ਮੈਂ ਆਪਦੇ ਪਰਸਨਲ ਤੌਰ ਤੇ 5 ਸਾਲ ਦਾ ਐਗਰੀਮੈਂਟ ਕਰਨਾ ਕਿ ਭਾਈ ਆਪਦੀ ਫੀਸ ਦੱਸੋ। ਹਰ 15 ਦਿਨਾਂ ਬਾਅਦ 3 ਦਿਨ ਉਹਦੇ ਸੁਲਤਾਨਪੁਰ 'ਚ ਚਾਹੀਦੇ ਮੈਨੂੰ, ਤੇ ਜਿੱਦਾਂ ਦੀ OPD PGI 'ਚ ਚੱਲਦੀ ਹੈ ਉਹੋ ਜਿਹੀ OPD ਅਸੀਂ ਸੁਲਤਾਨਪੁਰ 'ਚ ਚਲਾ ਦੇਣੀ। OPD ਹੈ ਕਿ ਇੱਕ ਟੇਬਲ, ਇੱਕ ਕੁਰਸੀ, ਇੱਕ ਬੈੱਡ ਇੰਸਪੈਕਸ਼ਨ ਵਾਲਾ, ਬਾਕੀ ਦੇ ਡਾਕਟਰ ਦਾ ਦਿਮਾਗ ਹੀ ਹੈ ਨਾ, ਉਹ ਦਿਮਾਗ ਅਸੀਂ ਚੱਕ ਕੇ ਸੁਲਤਾਨਪੁਰ 'ਚ ਲਿਆਉਣਾ ਤੇ ਇੱਥੇ ਇੰਪਲੀਮੈਂਟ ਕਰ ਦੇਣਾ। ਪਰ ਉਹ ਡਾਕਟਰ ਸਸਤੇ ਨਹੀਂ ਹੁੰਦੇ। ਜਿੰਨੇ ਮਰਜ਼ੀ ਪੈਸੇ ਲੱਗਣ ਉਹਦੀ ਕੋਈ ਸੋਚ ਨਹੀਂ, ਕੋਈ ਗੱਲ ਨਹੀਂ। ਡਾਕਟਰਾਂ ਤੋਂ ਇਲਾਵਾ ਤੇ ਅੱਗੇ ਸਟੈਪ ਚੱਲਾਂ। ਜਦੋਂ ਮੈਂ ਸੋਚਿਆ ਵੀ ਉਹ ਡਾਕਟਰ ਲੈ ਕੇ ਆਉਣੇ ਆ, ਸੁਲਤਾਨਪੁਰ ਲੋਧੀ ਸ਼ਹਿਰ ਦੇ ਵਿੱਚ ਇੱਕ ਸਕੈਨਿੰਗ ਸੈਂਟਰ ਨਹੀਂ ਹੈਗਾ। ਲੋਕ ਸਕੈਨ ਕਰਾਉਣ ਵੀ ਇੱਥੋਂ ਜਲੰਧਰ ਜਾਂ ਕਪੂਰਥਲੇ ਜਾਂਦੇ ਆ। ਸੋ ਮੈਂ ਆਪਦੇ ਕਾਸਟ ਦੇ ਉੱਤੇ ਇੱਥੇ ਸਕੈਨਿੰਗ ਸੈਂਟਰ ਖੋਲੂੰਗਾ, ਗਰੀਬ ਜਨਤਾ ਲਈ ਫ੍ਰੀ, ਤੇ ਡਾਕਟਰਾਂ ਦਾ ਇਲਾਜ ਵੀ ਗਰੀਬ ਜਨਤਾ ਦੇ ਲਈ ਫ੍ਰੀ। ਕਿਉਂਕਿ ਵੇਖੋ 35 ਤੋਂ 40% ਜਿਹਦੀ ਲੋਕਾਂ ਦੀ ਆਮਦਨ 20,000 ਰੁਪਏ ਤੋਂ ਥੱਲੇ ਆ, 25,000 ਰੁਪਏ ਤੋਂ ਥੱਲੇ ਆ, ਤੇ ਜਦੋਂ ਬੰਦਾ ਡਾਕਟਰ ਪ੍ਰਾਈਵੇਟ ਹਸਪਤਾਲ ਦੇ ਚੱਲ ਜਾਏ ਨਾ 4-5 ਹਜ਼ਾਰ ਰੁਪਏ ਤੋਂ ਥੱਲੇ ਨਹੀਂ ਲੱਗਦਾ, ਤੇ 2 ਜੀ ਹੋ ਜਾਣ ਤੇ 10,000 ਰੁਪਇਆ ਹੋ ਗਿਆ। ਤੇ 50% ਲੋਕ ਇਲਾਜ ਨਹੀਂ ਕਰਾ ਪਾਉਂਦੇ ਪੈਸੇ ਦੇ ਕਾਰਨ। ਤੇ ਮੈਂ ਇਹ ਸੋਚਿਆ ਕਿ ਜੇ ਮੇਰੀ ਆਮਦਨ ਅੱਧੀ ਹੈਲਥ ਸਰਵਿਸਿਜ਼ ਤੇ ਚੱਲ ਜਾਏ ਤੇ ਮੈਂ ਕੀ ਮਹਿਸੂਸ ਕਰੂੰਗਾ। ਉਹ ਗੱਲ ਮੇਰੇ ਦਿਮਾਗ 'ਚ ਆਈ ਕਿ ਗਰੀਬ ਜਨਤਾ ਤੇ ਕੋਈ ਵੀ ਲੋਡ ਨਹੀਂ ਹੋਣਾ ਚਾਹੀਦਾ, ਲੋੜਵੰਦਾਂ ਤੇ ਜਿਹੜੇ ਤਕੜੇ ਆ ਉਹਨਾਂ ਨੂੰ ਹੈਲਥ ਫੈਸਿਲਿਟੀ ਦੇਣ ਦੀ ਮੇਰੀ ਜ਼ਿੰਮੇਵਾਰੀ ਹੈ। ਸੋ ਇਸ ਤਰੀਕੇ ਦੇ ਨਾਲ ਮੈਂ ਕੰਮ ਇੰਪਲੀਮੈਂਟ ਕਰ ਦੇਣਾ। ਤੇ ਮੈਂ ਇੱਕ ਗੱਲ ਹੋਰ ਕਹੀ ਲੋਕਾਂ ਨੂੰ ਕਿ ਇਹ 5 ਸਾਲਾਂ ਦੀ ਜ਼ਿੰਮੇਵਾਰੀ ਨਹੀਂ ਆ ਕਿ 5 ਸਾਲਾਂ ਦੇ ਵਿੱਚ ਕਰੂੰਗਾ, ਪਹਿਲੇ 3 ਮਹੀਨਿਆਂ ਦੇ ਵਿੱਚ ਇਹ ਕੰਮ ਇੰਪਲੀਮੈਂਟ ਕਰਕੇ ਦਊਂਗਾ। ਲੋਕ ਕੀ ਕਹਿ ਰਹੇ ਆ? ਲੋਕ ਕਹਿੰਦੇ ਫਾਰਮੂਲਾ ਠੀਕ ਹੈ ਤੇ ਐਕਸੈਪਟ ਕਰਦੇ ਆ ਤੇ ਕਾਮਯਾਬ ਰਹੂਗਾ ਇਹ ਫਾਰਮੂਲਾ। ਤੁਸੀਂ ਇੱਥੇ ਮੰਡ ਜ਼ਮੀਨਾਂ ਦੀ ਗੱਲ ਕੀਤੀ ਹੈ, ਮੰਡ ਇਲਾਕੇ ਦੀਆਂ ਜਿਹੜੀਆਂ ਜ਼ਮੀਨਾਂ ਉਹਦੇ ਵਿੱਚ ਤਾਂ ਮਾਲ ਵਿਭਾਗ ਵਾਲੇ ਉਹ ਵੀ ਵਿੱਚ ਜੁੜੇ ਹੁੰਦੇ ਆ, ਕਿਵੇਂ ਪਾਉਂਗੇ ਇਹਨੂੰ? ਦੇਖੋ ਗੱਲ ਇਹ ਆ, ਮੰਡ ਦੇ ਇਲਾਕੇ ਦੀ ਸਮੱਸਿਆ ਕੀ ਆ, ਜ਼ਮੀਨਾਂ ਤੇ ਲੋਕ ਕਾਬਜ਼ ਨੇ 50 ਸਾਲ ਤੋਂ 35 ਸਾਲ ਤੋਂ, ਸਿਰਫ ਗਰਦੌਰੀ ਹੋਣੀ ਹੁੰਦੀ ਆ। ਗਰਦੌਰੀ ਹੁੰਦੀ ਆ ਰੈਗੂਲਰਲੀ, ਪਰ ਗਰਦੌਰੀ ਸਹੀ ਬੰਦੇ ਦੇ ਨਾਂ ਨਹੀਂ ਹੁੰਦੀ। ਜ਼ਮੀਨ ਪਰਸਨ A ਵਾਰ ਆ 15 ਤੋਂ 25 ਸਾਲ ਤੋਂ, ਗਰਦੌਰੀ ਹੋਈ ਆ ਪਰਸਨ B ਦੇ ਨਾਂ ਤੇ। ਗਰਦੌਰੀ ਤਾਂ ਹਰ 6 ਮਹੀਨੇ ਬਾਅਦ ਹੋਣੀ ਆ, ਤੇ ਮੈਂ ਕੁਰਸੀ ਢਾਹ ਕੇ ਬਹਿ ਜਾਣਾ ਉੱਥੇ ਕਿ ਭਾਈ ਜਿਹੜਾ ਬੰਦਾ ਜ਼ਮੀਨ ਵਾਹ ਰਿਹਾ ਉਹਦੀ ਗਰਦੌਰੀ ਕਰ ਦਿਓ, ਸਿੰਪਲ। ਇਹਦੇ 'ਚ ਮੈਲ ਮਹਿਕਮਾ ਦਾ ਜਾਂ ਕਿਸੇ ਹੋਰ ਦਾ ਕੋਈ ਪੋਲਿਸੀ ਡਿਸੀਜਨ ਤਾਂ ਹੈ ਹੀ ਨਹੀਂ, ਤਾਂ ਕਲੀਅਰ ਕੱਟ ਪੋਲਿਸੀ ਹੈ, ਜਿਹੜਾ ਵਾਹ ਰਿਹਾ ਉਹਦੇ ਨਾਲ ਗਰਦੌਰੀ ਹੋ ਜਾਏ। ਇਹੀ ਲੋਕ ਚਾਹੁੰਦੇ ਆ, ਜਿਹੜਾ ਵਾਹਵੇ ਉਹਦੇ ਨਾਲ ਗਰਦੌਰੀ ਕਰਾ ਦੇਣੀ ਅਸੀਂ। ਜਿਹੜਾ ਮੈਨੀਫੈਸਟੋ ਤੁਸੀਂ ਦਿੱਤਾ ਹੈ 1 ਕਰੋੜਾਂ ਰੁਪਇਆਂ ਦਾ, ਆਲਮੋਸਟ ਇੰਨੇ ਪੈਸੇ ਲੱਗ ਜਾਣੇ ਆ। ਆਜ਼ਾਦ ਉਮੀਦਵਾਰ ਵਜੋਂ ਇੰਨੇ ਪੈਸੇ ਕਿੱਥੋਂ ਲਿਆਉਂਗੇ? ਕਾਂਗਰਸ ਦਾ ਹਿੱਸਾ ਤਾਂ ਹੈ ਨਹੀਂ ਤੁਸੀਂ। ਆਪਦੀ ਜੇਬ 'ਚੋਂ, ਬਾਬੇ ਦੀ ਬਹੁਤ ਕਿਰਪਾ, ਤੇ ਜਦੋਂ ਇਹ ਸਭ ਜੋ ਮੇਰੇ ਕੋਲ ਹੈ ਉਹ ਬਾਬੇ ਦੀ ਕਿਰਪਾ ਦੇ ਨਾਲ ਹੀ ਹੈ। ਤੇ ਮੇਰਾ ਫਰਜ਼ ਬਣਦਾ ਕਿ ਜਿਹੜੇ ਹੈਗੇ ਆ ਉਹ ਸੁਲਤਾਨਪੁਰ ਦੇ ਲੋਕਾਂ ਦੀ ਸੇਵਾ ਦੇ ਵਿੱਚ ਲਾ ਦਈਏ। ਮੈਨੀਫੈਸਟੋ ਤੁਸੀਂ ਤਿਆਰ ਕੀਤਾ ਹੈ ਜਾਂ ਤੁਹਾਡੇ ਡੈਡ ਨੇ ਜਿਹੜੇ ਰਾਣਾ ਗੁਰਜੀਤ ਜੀ ਹੈ ਉਹਨਾਂ ਨੇ ਵੀ ਹੈਲਪ ਕੀਤੀ ਤੁਹਾਡੀ? ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ। ਸੁਲਤਾਨਪੁਰ ਦੇ ਵਿੱਚ ਜੋ ਕੁਝ ਵੀ ਕਰਦਾ ਮੈਂ ਹੀ ਕਰਦਾ, ਉਹਨਾਂ ਦੀ ਇਸ ਮੈਨੀਫੈਸਟੋ 'ਚ ਕੋਈ ਹੈਲਪ ਨਹੀਂ। ਤੁਸੀਂ ਕਿਹਾ ਨਹੀਂ ਜਿਹੜਾ ਤੁਹਾਡਾ ਮੈਨੀਫੈਸਟੋ ਹੈ ਇਹਨੂੰ ਕਾਂਗਰਸ ਵਿੱਚ ਆਪਣੇ ਡੈਡ ਨੂੰ ਕਿਹਾ ਹੋਵੇ ਕਿ ਕੁਝ ਕੁ ਚੀਜ਼ਾਂ ਉਧਰ ਵੀ ਮੈਂਸ਼ਨ ਕਰੋ ਜਾਂ ਉਧਰ ਚੀਜ਼ਾਂ ਪਾਉਣੀਆਂ ਚਾਹੀਦੀਆਂ? ਨਹੀਂ, ਮੈਂ ਤੇ ਸੁਲਤਾਨਪੁਰ ਤੋਂ ਬਾਹਰ ਸੋਚ ਹੀ ਨਹੀਂ ਰੱਖਦਾ, ਤੁਹਾਨੂੰ ਸਹੀ ਗੱਲ ਦੱਸਾਂ। ਜੇ ਮੈਨੂੰ ਤੁਸੀਂ ਅੱਜ ਪੁੱਛੋਗੇ ਨਾ ਕਿ ਬਾਹਰ ਕੀ ਹੋ ਰਿਹਾ, ਮੈਨੂੰ ਨਹੀਂ ਪਤਾ। ਕਾਂਗਰਸ ਨਾਲ ਤਾਂ ਰੱਖਦੇ ਹੋ ਕਿ ਰੱਖਦੇ ਹੀ ਨਹੀਂਗੇ? ਸਹੀ ਗੱਲ ਹੈ, ਅੱਜ ਦੀ ਡੇਟ 'ਚ ਤਾਂ ਕਿਸੇ ਨਾਲ ਵੀ ਨਹੀਂ ਰੱਖਦਾ, ਸਿਰਫ ਸੁਲਤਾਨਪੁਰ ਦੇ ਲੋਕਾਂ ਦੇ ਨਾਲ ਰੱਖਦਾ ਵਾਸਤਾ। ਪਿਛਲੀ ਵਾਰੀ ਨਾਲੋਂ ਨਾ ਥੋੜੇ ਜਿਹੇ ਵਿਚਾਰ ਅੱਡ ਲੱਗ ਰਹੇ। ਅੱਗੇ ਕਹਿ ਰਹੇ ਸੀ ਮੈਂ ਜੋ ਵੀ ਹੈ ਜਿਵੇਂ ਵੀ ਹੈ ਸਾਰਾ ਕੁਝ ਕਾਂਗਰਸ ਦੀ ਝੋਲੀ ਪਾਉਣਾ। ਮੈਂ ਤਾਂ ਅੱਜ ਵੀ ਕਹਿੰਦਾ ਕਾਂਗਰਸ ਦੀ ਝੋਲੀ ਪਾਉਣਾ। ਮੈਂ ਕਾਂਗਰਸ ਨੂੰ ਬਚਾਉਣ ਆਇਆ ਇੱਥੇ। ਅੱਜ ਮੈਜੋਰਿਟੀ ਕਾਂਗਰਸ ਰਾਣੇ ਨਾਲ ਤੁਰ ਪਈ ਆ, ਠੀਕ ਹੈ ਨਾ ਜੀ। ਤੇ ਉਹ ਜੇ ਮੈਂ ਨਾ ਆਇਆ ਹੁੰਦਾ ਉਹ ਅਕਾਲੀ ਦਲ ਦੇ ਨਾਲ ਚਲ ਜਾਣੀ ਸੀ। ਸੋ ਮੈਂ ਕਾਂਗਰਸ ਬਚਾਉਣ ਆਇਆ ਤੇ ਜਿੱਤ ਕੇ ਇਹਨੂੰ ਕਾਂਗਰਸ ਦੀ ਝੋਲੀ 'ਚ ਹੀ ਪਾਉਣੀ ਆ ਸੀਟ, ਇਹਦੇ 'ਚ ਕੋਈ ਦੋ ਰਾਏ ਨਹੀਂ। ਚੰਨੀ ਸਾਹਿਬ ਮੁੱਖ ਮੰਤਰੀ ਬਣਨਗੇ ਤੇ
ਵੋਟਾਂ ਲੋਕ ਬੱਲੇ ਨੂੰ ਪਾਉਣਗੇ, ਬੈਟ ਮੇਰਾ ਚੋਣ ਨਿਸ਼ਾਨ ਹੈ, ਤੇ ਜਿੱਤ ਕੇ ਅਸੀਂ ਝੋਲੀ ਪੰਜੇ ਦੀ ਚ ਪਾ ਦੇਣੀ ਹੈ ਟਿਕਟ। ਬਾਗਬਾਨੀ ਨੂੰ ਕਿਵੇਂ ਪ੍ਰਫੁੱਲਿਤ ਕਰੋਗੇ? ਵੇਖੋ ਜੀ, ਬਾਗਬਾਨੀ ਡਜ਼ ਨਾਟ ਓਨਲੀ ਮੀਨ ਬਾਗ, ਬਾਗਬਾਨੀ ਦੇ ਵਿੱਚ ਸਬਜ਼ੀਆਂ ਵੀ ਆਉਂਦੀਆਂ ਨੇ, ਤੇ ਸੁਲਤਾਨਪੁਰ ਲੋਧੀ ਇਲਾਕਾ ਇੱਦਾਂ ਦਾ ਹੈ ਕਿ 60 ਤੋਂ 65% ਲੋਕ ਸਬਜ਼ੀਆਂ ਦਾ ਕਾਰੋਬਾਰ ਕਰਦੇ ਆ, ਸਬਜ਼ੀਆਂ ਬੀਜਦੇ ਆ, ਚਾਹੇ ਗੋਭੀ ਹੋ ਜਾਵੇ, ਚਾਹੇ ਗਾਜਰ ਹੋ ਜਾਵੇ, ਸ਼ਿਮਲਾ ਮਿਰਚ ਹੋਵੇ, ਮਟਰ ਹੋਣ। ਤੇ ਇਹਦੇ ਲਈ ਤਾਂ ਮੈਂ ਥਾਟ ਪ੍ਰੋਸੈਸ ਹੀ ਬੜਾ ਡਿਫਰੈਂਟ ਰੱਖਿਆ। ਵੇਖੋ ਜੀ, ਇੱਥੇ ਗਾਜਰ ਹੁੰਦੀ ਹੈ, ਤੇ ਪਹਿਲਾਂ ਤਾਂ ਮੈਕਨਾਈਜੇਸ਼ਨ ਕਰਨੀ ਹੈ ਮੈਂ ਗਾਜਰ ਦੀ, ਇਨ ਸੋਇੰਗ ਐਂਡ ਇਨ ਹਾਰਵੈਸਟਿੰਗ। ਫਾਰਮਰ ਦਾ ਮੀਂਹ ਪਿਆ, ਐਵਰੇਜ ਗਾਜਰ ਦੀ ਪਟਾਈ ਦੀ ਕੋਸਟ ਆਉਂਦੀ ਹੈ 1 ਰੁਪਇਆ ਕਿਲੋ, 35,000 ਰੁਪਇਆ ਏਕੜ। ਜਿੱਦਣ ਬਾਰਿਸ਼ ਪੈ ਜਾਂਦੀ ਹੈ ਉਹ 2 ਤੋਂ 3 ਰੁਪਏ ਹੋ ਜਾਂਦੀ, 1 ਲੱਖ ਰੁਪਏ ਏਕੜ। ਤੁਸੀਂ ਸੋਚ ਸਕਦੇ ਹੋ। ਇਹ ਮੈਕਨਾਈਜੇਸ਼ਨ ਕਰਨੀ ਆ, ਮਸ਼ੀਨਾਂ ਮੈਂ ਆਪ ਲਿਆਉਂਗਾ ਪਹਿਲੀ ਬਾਰੋਂ, ਤੇ ਅਗਲੇ ਸਾਲ ਦੀ ਜਿਹੜੀ ਗਾਜਰ ਆ ਜਨਵਰੀ 'ਚ ਜਦੋਂ ਪੱਟੀ ਜਾਣੀ ਆ, ਉਹ ਮਸ਼ੀਨ ਨਾਲ ਪੱਟੀ ਜਾਊਗੀ। ਉਹਦੇ ਨਾਲ ਫਾਰਮਰ ਦੀ ਕੋਸਟ ਘਟ ਜਾਊਗੀ। ਦੇਖੋ ਗੱਲ ਹੈ, ਫਾਰਮਰ ਦੀ ਆਮਦਨ ਕਿਵੇਂ ਵਧਾਉਣੀ ਆ? ਪਹਿਲੀ ਗੱਲ, ਉਹਦਾ ਖਰਚਾ ਘਟਾਇਆ ਜਾਵੇ, ਇਨਪੁਟਸ ਘਟਾਏ ਜਾਣ, ਆਪਟੀਮਮ ਇਨਪੁਟਸ ਪਾਏ ਜਾਣ। ਦੂਸਰਾ, ਉਹਦੀ ਝਾੜ ਵਧਾਇਆ ਜਾਵੇ, ਤੇ ਤੀਜਾ, ਉਹਦਾ ਭਾਅ ਸਟੇਬਲ ਕੀਤਾ ਜਾਵੇ। ਹੁਣ ਪਹਿਲੀ ਸਵਾਲ ਆ ਜਾਂਦਾ, ਰਾਈਟ ਇਨਪੁਟਸ ਕਿੱਦਾਂ ਪਾਉਣੇ ਆ? ਵੇਖੋ ਗੱਲ ਇਹ, ਰਾਣੇ ਨੇ ਕੋਈ ਐਕਸਟਰਾordinary ਚੀਜ਼ ਨਹੀਂ ਕਰਨੀ। ਇਹ ਰਿਸਰਚ ਇੰਸਟੀਟਿਊਟ 'ਚ ਸਾਰਾ ਰਿਸਰਚ ਹੋਈ ਹੋ ਆ, ਪਰ ਰਿਸਰਚ ਰਹਿ ਜਾਂਦੀ ਆ ਪੇਪਰਾਂ ਤੇ। ਮੈਂ ਉਹ ਰਿਸਰਚ ਲੋਕਾਂ ਦੇ ਦਿਮਾਗ 'ਤੇ ਪਹੁੰਚਾਉਣੀ ਆ, ਫਾਰਮਰਾਂ ਦੇ, ਉਹਨਾਂ ਨੂੰ ਐਜੂਕੇਟ ਕਰਨਾ। ਨੰਬਰ 2, ਝਾੜ ਕਿੱਦਾਂ ਵਧਾਉਣਾ? ਐਗਰੀਕਲਚਰ ਪ੍ਰੈਕਟਿਸਿਸ ਦੇ ਨਾਲ। ਖਰਚਾ ਕਿੱਦਾਂ ਘਟੂਗਾ? ਮਸ਼ੀਨੀਕਰਨ ਨਾਲ। ਅੱਜ ਲੇਬਰ ਦੀ ਪਟਾਈ ਜਿਹੜੀ ਹੁੰਦੀ 35,000 ਰੁਪਏ ਏਕੜ ਹੈ। ਜੇ ਮੇਰੀ ਚੁਕੰਦਰ ਦੀਆਂ ਮਸ਼ੀਨਾਂ ਬਾਹਰੋਂ ਲਿਆ ਕੇ ਮੈਂ ਸ਼ੂਗਰ ਬੀਟ ਦੀ ਪਟਾਈ 5,000 ਰੁਪਏ ਏਕੜ 'ਚ ਕਰਦਾ, ਤੇ ਗਾਜਰ ਦੀ ਕਿਉਂ ਨਹੀਂ ਹੋ ਸਕਦੀ? ਤਾਂ ਫਾਰਮਰ ਨੂੰ 30,000 ਰੁਪਇਆ ਬਚਿਆ, 30,000 ਰੁਪਏ ਦੀ ਕਣਕ ਨਿਕਲੀ ਆਉਂਦੀ ਹੈ ਏਕੜ ਦੀ। ਸੋ ਇੰਨਾ ਫਰਕ ਹੈਗਾ, ਮੇਰਾ ਇਹ ਕਹਿਣ ਦਾ ਮਕਸਦ ਹੈ। ਨੰਬਰ 2, ਮੈਂ ਗਾਜਰ ਇੱਕ ਟੌਪਿਕ ਫੜ ਲਿਆ ਆਪਣਾ, ਮੈਂ ਟਾਰਗੇਟ ਕਰਨਾ ਕਿ ਸੁਲਤਾਨਪੁਰ ਦੇ ਵਿੱਚ ਗਾਜਰ ਹੁੰਦੀ, ਗਾਜਰ ਸਿਰਫ ਉੱਥੇ ਹੁੰਦੀ ਜਿੱਥੇ ਜੈਕਟ ਪੈਂਦੀ ਹੈ। ਅੱਜ ਇੱਥੋਂ ਲੈ ਕੇ MP ਤੇ ਹੀ ਠੰਡ ਹੈ, MP ਤੋਂ ਬਾਅਦ ਤਾਂ ਜੈਕਟ ਨਹੀਂ ਨਾ ਪੈਂਦੀ। ਉਹਨਾਂ ਲੋਕਾਂ ਨੇ ਵੀ ਗਾਜਰ ਖਾਣੀ ਆ। ਅਸੀਂ 25% ਆਪਣੀ ਗਾਜਰ ਕਿੱਦਾਂ ਮਾਰਕੀਟ ਕਰਨੀ ਆ ਬਾਹਰਲੇ ਸੂਬਿਆਂ ਦੇ ਵਿੱਚ। ਅੱਜ ਸੋਚ ਸਾਡੇ ਫਾਰਮਰ ਦੀ ਸਿਰਫ ਕਪੂਰਥਲਾ ਮੰਡੀ ਜਾਂ ਜਲੰਧਰ ਮੰਡੀ ਆ। ਜਿੱਦਣ 25% ਗਾਜਰ ਅਸੀਂ ਡਾਊਨ ਸੈਂਟਰਲ ਇੰਡੀਅਨ, ਡਾਊਨ ਸਾਊਥ ਲੈ ਗਏ, ਉਦਣ ਆਟੋਮੈਟਿਕਲੀ ਭਾਅ ਸੈੱਟ ਹੋ ਜਾਣੇ। ਤੇ ਇਹਦੇ ਤੋਂ ਅੱਗੇ ਮੈਂ ਇੱਕ ਚੀਜ਼ ਤੇ ਕੰਮ ਕਰਨਾ ਕਿ ਗਾਜਰ ਫੇਕੀ ਵੀ ਹੁੰਦੀ ਹੈ ਤੇ ਮਿੱਠੀ ਵੀ ਹੁੰਦੀ ਹੈ। ਤੇ ਕਿਸੇ ਜ਼ਿਮੀਂਦਾਰ ਨੇ ਅੱਜ ਤੱਕ ਜਾਂ ਕਿਸੇ ਰਿਸਰਚ ਇੰਸਟੀਟਿਊਟ ਵਾਲੇ ਨੇ ਸੋਚਿਆ ਕਿ ਪੰਜਾਬ 'ਚ ਮਿੱਠੀ ਗਾਜਰ ਕਿਵੇਂ ਹੋਊਗੀ? ਉਹ ਮੈਂ ਉਸ ਚੀਜ਼ ਤੇ ਸੋਚ ਲਿਆ। ਵੇਖੋ ਜੀ, ਗਾਜਰ ਦਾ ਜਿਹੜਾ ਸਭ ਤੋਂ ਵੱਡਾ ਵਰਲਡ ਦਾ ਰਿਸਰਚ ਇੰਸਟੀਟਿਊਟ ਹੈਗਾ ਸਵੀਡਨ ਦੇ ਵਿੱਚ, ਤੇ ਉਹਨਾਂ ਨੂੰ ਇਨਵੋਲਵ ਕਰਕੇ ਮੈਂ ਸੁਲਤਾਨਪੁਰ ਦੇ ਵਿੱਚ ਇੰਸ਼ੋਰ ਕਰਨਾ ਕਿ ਮਿੱਠੀ ਗਾਜਰ ਹੋਵੇ। ਜਦੋਂ ਅਸੀਂ ਜ਼ਿੰਮੇਵਾਰੀ ਗਰੰਟੀ ਦਿਆਂਗੇ ਨਾ ਸਾਡੀ ਗਾਜਰ ਮਿੱਠੀ ਆ, ਤੇ 2 ਰੁਪਏ ਕਿਲੋ, 3 ਰੁਪਏ ਕਿਲੋ ਆਟੋਮੈਟਿਕਲੀ ਭਾਅ ਮਿਲੇਗਾ। ਤੁਸੀਂ ਚੰਡੀਗੜ੍ਹ ਰਹਿੰਦੇ ਹੋ, ਤੁਹਾਨੂੰ ਮਿੱਠੀ ਗਾਜਰ ਮਿਲੇ, ਖਾਓਗੇ? 3 ਰੁਪਏ ਕਿਲੋ ਦਿਓਗੇ ਨਾ ਫਾਲਤੂ? ਤੇ ਜ਼ਿਮੀਂਦਾਰ ਦਾ ਤਾਂ 3 ਰੁਪਏ ਕਿਲੋ ਨਾਲ ਲੱਖ ਰੁਪਏ ਏਕੜ ਦਾ ਫਰਕ ਪੈ ਗਿਆ। ਸੋ ਇਸ ਥਾਟ ਪ੍ਰੋਸੈਸ ਤੇ ਮੈਂ ਆਪਦੇ ਸੁਲਤਾਨਪੁਰ ਦੇ ਜ਼ਿਮੀਂਦਾਰਾਂ ਨੂੰ ਲੈ ਕੇ ਜਾਣਾ ਤੇ ਉਹਨਾਂ ਨੂੰ ਤਕੜੇ ਕਰਨਾ। ਤੁਸੀਂ ਪਰਚਿਆਂ ਬਾਰੇ ਮੈਂਸ਼ਨ ਕੀਤਾ ਹੋਇਆ ਹੈ ਕਿ ਪਰਚੇ ਜਿਹੜੇ ਇਹਦੇ ਤੋਂ ਇਲਾਵਾ ਵੇਖੋ, ਵੈਜੀਟੇਬਲ ਦੇ ਛੋਟੇ ਪ੍ਰੋਸੈਸਿੰਗ ਹਾਊਸਿਸ, ਸਰਕਾਰ ਦੀਆਂ ਪਾਲਿਸੀਆਂ ਆਈ ਜਸਟ ਹੈਵ ਟੂ ਇੰਪਲੀਮੈਂਟ ਦੈਮ, ਲੈ ਕੇ ਆਉਣੀਆਂ। ਸਬਸਿਡੀਆਂ 50-50, 60-60% ਹੈਗੀਆਂ ਆ, ਠੀਕ ਆ। ਪੈਕੇਜ ਹਾਊਸ, ਗਾਜਰ ਸਾਫ਼ ਹੋ ਕੇ ਪੈਕ ਹੋ ਕੇ ਕਿਉਂ ਨਾ ਜਾਵੇ? ਦਿੱਲੀ ਸਾਰਾ ਲੈ ਲੂਗਾ, ਚੰਡੀਗੜ੍ਹ ਲੈ ਲੂਗਾ, ਪ੍ਰੋਵਾਈਡਡ ਅਸੀਂ ਉਹਨੂੰ ਕਰ ਪਾਈਏ। ਜਿਹੜਾ ਫਾਰਮਰ ਤੋਂ ਕੰਜ਼ਿਊਮਰ ਦੇ ਲੇਅਰਾਂ ਬਣੀਆਂ ਨਾ 5 ਜਗ੍ਹਾ, ਉਹਨੂੰ ਮੈਂ ਕੋਸ਼ਿਸ਼ ਕਰਕੇ ਸਿੱਧੀ ਕਰਨੀ। ਖਰੀਦਣ ਵਾਲੇ ਨੂੰ ਚੰਗਾ ਗਾਹਕ ਨਹੀਂ ਮਿਲਦਾ,
ਤੇ ਵੇਚਣ ਵਾਲੇ ਨੂੰ ਚੰਗਾ ਖਰੀਦਦਾਰ ਨਹੀਂ ਮਿਲਦਾ। ਹਾਈਡਰੋਪੋਨਿਕਸ ਦਾ ਵੀ ਸੋਚ ਰਹੇ ਹੋ ਜਾਂ ਬਸ? ਨਹੀਂ, ਹਾਈਡਰੋਪੋਨਿਕਸ ਤੇ ਮੈਂ ਅਜੇ ਕੋਈ ਸੋਚ ਵਿਚਾਰ ਨਹੀਂ ਕੀਤੀ। ਮੈਂ ਤਾਂ ਅਜੇ ਫਾਰਮਰ ਨੂੰ ਆਪਣੇ ਨੂੰ ਸਿੰਪਲ ਚੀਜ਼ਾਂ ਨਾਲ ਬੈਨੀਫਿਟ ਦੇਣਾ, ਜਿਹੜੀ ਚੀਜ਼ਾਂ ਇਹਨਾਂ ਨੂੰ ਸਮਝ ਆਉਂਦੀ ਹੈ। ਇੱਕ ਚੀਜ਼ ਜ਼ਰੂਰ ਕਰਨੀ ਹੈ ਕਿ ਪੰਜਾਬ ਦੇ ਵਿੱਚ ਕਣਕ ਝੋਨਾ ਹੀ ਇੱਕ ਫਸਲ ਰਹੀ ਆ ਤੇ ਪੰਜਾਬ ਦੀ ਸਰਕਾਰ ਨੇ ਸਾਰਾ ਜ਼ੋਰ ਲਾ ਲਿਆ ਨਵੀਆਂ ਫਸਲਾਂ ਲਿਆਉਣ ਨੂੰ, ਕਈ ਹਜ਼ਾਰ ਕਰੋੜ ਖਰਚ ਲਿਆ। ਸਹਿਮਤ ਹੋ ਮੇਰੀ ਇਸ ਗੱਲ ਨਾਲ? ਤੇ ਰਾਣਾ ਇੰਦਰ ਪ੍ਰਤਾਪ ਨੇ ਆਪ ਦੀ ਲੋੜ ਨੂੰ ਸ਼ੂਗਰ ਬੀਟ ਓਬਲੀਕ ਚਿਕੰਦਰ ਜਿਹਨੂੰ ਕਹਿੰਦੇ ਆ, ਪੰਜਾਬ 'ਚ ਲਿਆ ਕੇ ਕਾਮਯਾਬ ਕੀਤੀ। ਅੱਜ 7 ਸਾਲ ਹੋ ਗਏ। ਜੇ ਮੈਂ ਇੰਡੀਵਿਜੂਅਲੀ ਆਪਦੇ ਬੈਨੀਫਿਟ ਵਾਸਤੇ, ਆਪਦੇ ਕਮਰਸ਼ੀਅਲ ਬੈਨੀਫਿਟ ਵਾਸਤੇ ਕ੍ਰੌਪ ਲਿਆ ਕੇ ਕਾਮਯਾਬ ਕਰ ਸਕਦਾ, ਤੇ ਅੱਜ ਮੈਂ ਇਹ ਮੰਚ ਧਾਰ ਲਿਆ ਕਿ ਅਗਲਿਆਂ 5 ਸਾਲਾਂ 'ਚ ਸੁਲਤਾਨਪੁਰ ਦੇ ਜ਼ਿਮੀਂਦਾਰਾਂ ਨੂੰ ਇੱਕ ਨਵੀਂ ਫਸਲ ਜ਼ਰੂਰ ਦੇਣੀ ਆ। ਉਹਦੇ 'ਚ ਜੋ ਹੋਏਗਾ ਟਰਾਇਲ, ਐਗਰੀਕਲਚਰ ਪ੍ਰੈਕਟਿਸਿਸ, ਇੰਪਲੀਮੈਂਟ ਸਾਰੇ ਮੈਂ ਦਊਂਗਾ ਤੇ ਅਸੀਂ 4 ਸਾਲਾਂ 'ਚ ਇੱਕ ਫਸਲ ਤਿਆਰ ਕਰਨੀ ਹੈ। ਵਰਕਿੰਗ 4 ਤੇ ਕਰਾਂਗੇ, ਕਾਮਯਾਬ ਇੱਕ ਹੋਊਗੀ, ਕਿਉਂਕਿ ਸੁਲਤਾਨਪੁਰ ਤੋਂ ਵੱਧ ਮਿਹਨਤੀ ਫਾਰਮਰ ਕੋਈ ਨਹੀਂ। ਤੁਹਾਨੂੰ ਇਹ ਲੱਗਦਾ ਜਿਵੇਂ ਹਾਲੇ ਤੁਸੀਂ ਸਿਆਸਤ 'ਚ ਚੰਗੀ ਤਰ੍ਹਾਂ ਪੈਰ ਨਹੀਂ ਧਰਿਆ ਤਾਂ ਕਰਕੇ ਆ ਸੋਚ ਲੈ ਕੇ ਆ ਰਹੇ ਹੋ? ਕਿਉਂਕਿ ਜਦੋਂ ਇੱਕ ਵਾਰ ਬੰਦਾ ਸਿਲੈਕਟ ਹੋ ਜਾਂਦਾ ਗੱਲਾਂ ਫਿਰ ਹੋਰ ਹੁੰਦੀਆਂ, ਉਹਨਾਂ ਚਿਰ ਜਿੰਨਾ ਚਿਰ ਨਹੀਂ ਹੋਇਆ ਉਹਨਾਂ ਚਿਰ ਗੱਲਾਂ ਹੋਰ ਹੁੰਦੀਆਂ। ਵੇਖੋ ਜੀ, ਮੇਰੀ ਜਿਹੜੀ ਕੌਂਸਟੀਚੁਐਂਸੀ ਆ ਨਾ, ਇਹ ਲੋਕ ਪਰਚਿਆਂ ਤੋਂ ਦੂਰ ਰਹਿਣਾ ਚਾਹੁੰਦੇ ਆ, ਮਿਹਨਤਕਸ਼ ਲੋਕ ਨੇ, ਠੀਕ ਹੈ ਨਾ ਜੀ। ਤੇ ਮੈਂ ਤਾਂ ਜ਼ਿੰਦਗੀ 'ਚ ਜੋ ਚੀਜ਼ ਮੰਚ ਧਾਰ ਲਈ ਉਹ ਕੀਤੀ ਆ, ਤੇ ਆਈ ਐਮ ਸ਼ੋਰ ਕਿ ਇਹ ਜਿਹੜੀਆਂ ਚੀਜ਼ਾਂ ਮੈਂ ਸੋਚੀਆਂ ਆ ਇਹ ਪੂਰੀਆਂ ਹੋਣਗੀਆਂ। ਇਹਦੇ 'ਚ ਸਿਰਫ ਮਿਹਨਤ ਲੱਗਣੀ ਆ, ਹੋਰ ਕੁਛ ਨਹੀਂ ਹੈਗਾ। ਜਿਸ ਹਿਸਾਬ ਨਾਲ ਪਰਚਿਆਂ ਦੀਆਂ ਗੱਲਾਂ ਹੋ ਰਹੀਆਂ ਇੱਥੇ, ਉਸ ਹਿਸਾਬ ਨਾਲ ਤਾਂ ਤੁਸੀਂ ਅੱਧੇ ਪੁਲਿਸ ਆਫਿਸਰ ਸਸਪੈਂਡ ਕਰਾਓਗੇ। ਵੇਖੋ ਜੀ, ਪਰਚਿਆਂ ਦੀਆਂ ਗੱਲਾਂ ਜਿਨ੍ਹਾਂ ਨੇ ਪਰਚੇ ਕੀਤੇ ਆ ਲੇਟਲੀ, ਆਫਿਸਰਾਂ ਨੂੰ ਸਸਪੈਂਡ ਤਾਂ ਹੋਣਾ ਹੀ ਪਊਗਾ। ਜੇ ਲੋਕਾਂ ਨੂੰ ਲੁੱਟਿਆ ਵੀ ਆ ਤੇ ਕੁੱਟਿਆ ਵੀ ਆ ਤੇ ਬਣਦਾ ਮੇਰਾ। ਪਹਿਲਾਂ 5 ਸਾਲ ਚੁੱਪ ਕਿਉਂ ਰਹੇ, ਜਾਂ ਮੌਕੇ ਦੀ ਭਾਲ 'ਚ ਸੀ? ਵੇਖੋ ਇੱਦਾਂ ਜੀ, ਪਹਿਲੇ 5 ਸਾਲਾਂ ਦੇ ਵਿੱਚ ਰਾਣਾ ਜੀ ਮੈਂ ਤਾਂ ਪੋਲਿਟਿਕਸ 'ਚ ਸੀਗਾ ਨਹੀਂ, ਮੈਂ ਆਪਣਾ ਕਾਰੋਬਾਰ ਕਰਦਾ ਸੀ। ਉਹ ਤਾਂ ਤੁਸੀਂ ਹਲੇ ਵੀ ਚੰਗੀ ਤਰ੍ਹਾਂ ਆਏ ਨਹੀਂ, ਪਰ ਫਿਰ ਵੀ ਤੁਸੀਂ ਕਹਿ ਰਹੇ ਹੋ ਆਵਾਂ ਨਾ ਆਵਾਂ, ਭਾਵੇਂ ਆਪਦੀ ਜੇਬ 'ਚੋਂ ਪੈਸੇ ਲਾਉਣੇ ਪੈਣ ਪਾਊਂਗਾ, ਤਾਂ ਫਿਰ 5 ਸਾਲ ਕਿਉਂ ਚੁੱਪ ਰਹੇ? ਆਵਾਂ ਨਾ ਆਵਾਂ ਨਹੀਂ, ਹੁਣ ਮੈਂ ਪੱਕਾ ਆ ਗਿਆ, ਪੱਕਾ ਆ ਗਿਆ। ਦੂਜੀ ਗੱਲ, ਜਿਨ੍ਹਾਂ ਨੇ ਲੁੱਟਿਆ ਤੇ ਕੁੱਟਿਆ ਸੁਲਤਾਨਪੁਰ 'ਚ, ਉਹਨਾਂ ਅਫਸਰਾਂ ਨੂੰ ਸਰਬਜੀਤ SHO ਸੀ, ਉਹਨੂੰ ਰਾਣਾ ਜੀ ਨੇ ਹੀ ਬਦਲਾਇਆ ਤੇ ਨਵਤੇਜ ਸਿੰਘ ਚੀਮਾ ਤੀਜੇ ਦਿਨ ਜਾ ਕੇ ਉਹਨੂੰ ਵਾਪਸ ਲੈ ਆਇਆ, ਕਿਉਂਕਿ ਉਹਦੀ ਕਲੈਕਸ਼ਨ ਵਾਲੀ ਮਸ਼ੀਨ ਬੰਦ ਹੋ ਗਈ ਸੀ। ਸੋ MLA ਇਜ਼ ਰਿਸਪੋਂਸਿਬਲ। ਅਸੀਂ ਹਰ ਸਟੇਜ ਤੇ ਰਾਣਾ ਜੀ ਨੇ ਹਮੇਸ਼ਾ ਚੱਕਿਆ ਕਿ ਸੁਲਤਾਨਪੁਰ ਦੇ ਵਿੱਚ ਡਰੱਗ ਟ੍ਰੇਡ ਹੋ ਰਿਹਾ, ਸੁਲਤਾਨਪੁਰ ਦੇ ਵਿੱਚ ਨਜਾਇਜ਼ ਪਰਚੇ ਹੋ ਰਹੇ ਆ। ਉਹ ਅੱਜ ਡਰੱਗ ਵਾਲੀ ਕਹਾਣੀ ਵੀ ਸਾਹਮਣੇ ਆ ਗਈ ਹੈ। ਨਸ਼ੇ ਨੂੰ ਠੱਲ ਪਾਉਣ ਦੀ ਗੱਲ ਨਹੀਂ ਕੀਤੀ ਕਿਤੇ ਵੀ ਮੈਨੀਫੈਸਟੋ 'ਚ। ਵੇਖੋ ਜੀ, ਮੇਨ ਪ੍ਰਾਇਰਟੀ ਨਸ਼ੇ ਨੂੰ ਠੱਲ ਪਾਉਣ ਵਾਲੀ ਹੈਗੀ ਆ, ਤੇ ਨਸ਼ੇ ਨੂੰ ਠੱਲ ਐਡਮਿਨਿਸਟ੍ਰੇਟਿਵ ਕੰਟਰੋਲ ਦੇ ਨਾਲ ਪਾਊਂਗਾ। ਨਾ ਕਿਸੇ ਨਸ਼ੇ ਵਾਲੀ ਦੀ ਮਦਦ ਅੱਜ ਤੱਕ ਕੀਤੀ ਆ ਤੇ ਨਾ ਜ਼ਿੰਦਗੀ 'ਚ ਕਦੇ ਕਰੂੰਗਾ। ਇੱਥੋਂ ਦੇ ਕਈ ਪਿੰਡ ਹੈ ਜਿਹੜੇ ਬਹੁਤ ਜ਼ਿਆਦਾ ਨਸ਼ਾਗ੍ਰਸਤ ਪਿੰਡਾਂ 'ਚ ਆਉਂਦੇ ਆ, ਤੇ ਉੱਥੋਂ ਦੇ ਕਈ ਲੋਕਾਂ ਦਾ ਰੁਜ਼ਗਾਰ ਹੀ ਨਸ਼ਾ ਵੇਚ ਕੇ ਪੈਸੇ ਕਮਾਉਂਦੇ ਆ। ਉਹਨਾਂ ਨੂੰ ਕੀ ਦਿਓਗੇ ਤੁਸੀਂ? ਕਿਹੜਾ ਉਹਨਾਂ ਦਾ ਰੁਜ਼ਗਾਰ 'ਚ ਕਿਵੇਂ ਬਦਲਾ ਲਿਆਓਗੇ? ਵੇਖੋ ਜੀ, ਇੱਦਾਂ ਆ, ਜਿਹੜੇ ਸਾਡੇ ਇੱਥੇ ਨਸ਼ੇ ਵਾਲੇ ਪਿੰਡ ਆ ਨਾ, ਉਹਨਾਂ ਨੂੰ ਪੁਲਿਸ ਨੇ ਹੀ ਧੱਕੇ 'ਚ ਨਸ਼ੇ 'ਚ ਪਾਇਆ। ਜਿਹੜੀ ਗਰਾਊਂਡ ਰਿਐਲਿਟੀ ਹੈਗੀ ਆ, ਜਦੋਂ ਮੈਂ ਲੋਕਾਂ ਨੂੰ ਜਾ ਕੇ ਵਿਚਰਦਾ ਨਾ, ਲੋਕਾਂ ਦੇ ਨਾਲ, ਯੰਗ ਮੁੰਡੇ ਧੱਕੇ ਨਾਲ ਬੰਦੇ ਨੂੰ ਚੱਕ ਲੈਣਾ, 5 ਲੱਖ ਲੈਣਾ, 7 ਲੱਖ ਲੈਣਾ, 12 ਲੱਖ ਲੈਣਾ। ਉਹਨਾਂ ਨੇ 1 ਵਾਰ ਦਿੱਤੇ, 2 ਵਾਰ ਦਿੱਤੇ, ਮਗਰੋਂ ਵਿਆਜੀ ਪੈਸੇ ਕਿੱਥੋਂ ਵਾਪਸ ਕਰਨੇ ਆ? ਤੇ ਲੋਕ ਨਸ਼ੇ ਦੇ ਟ੍ਰੇਡ 'ਚ ਪੈ ਗਏ। ਅੱਜ ਬਾਹਰ ਨਿਕਲਿਆ, ਮੈਂ ਉਹਨਾਂ ਨੂੰ ਸਪੋਰਟ ਕਰੂੰਗਾ, ਮੈਂਟਲੀ ਉਹਨਾਂ ਨੂੰ ਬ੍ਰੇਨ ਵਾਸ਼ ਕਰੂੰਗਾ ਕਿ ਭਾਈ ਨਸ਼ੇ ਤੋਂ ਦੂਰ ਰਹਿਣ ਦੀ ਲੋੜ ਹੈ, ਚੰਗੇ ਕੰਮ ਕਰਨ ਦੀ ਲੋੜ ਹੈ। ਮੈਂ ਜਿਹੜੇ ਕਾਲਜਸ ਬੰਦ ਪਏ ਆ ਸੁਲਤਾਨਪੁਰ ਲੋਧੀ ਦੇ ਵਿੱਚ, 50 ਏਕੜ ਦੇ ਵਿੱਚ ਤੁਸੀਂ ਸੋਚ ਲਓ ਜੇ ਕਾਲਜ ਬਣਿਆ ਹੋਵੇ, ਬੀਬੀ ਉਪਿੰਦਰਜੀਤ ਕੌਰ ਜੀ ਨੇ ਬਣਾਇਆ ਸੀ, ਤੇ ਨਵਤੇਜ ਸਿੰਘ ਚੀਮੇ ਤੋਂ ਪਿਛਲੇ 10 ਸਾਲਾਂ 'ਚੋਂ ਚੱਲਿਆ ਨਹੀਂ। ਉਸ ਕਾਲਜ ਦੇ ਵਿੱਚ 50 ਏਕੜ 'ਚ ਕਾਲਜ ਹੋਵੇ, ਟੇਬਲ ਕੁਰਸੀਆਂ ਸਭ ਲੱਗੀਆਂ, ਬਿਲਡਿੰਗਸ ਬਣੀਆਂ ਹੋਈਆਂ, ਤੇ ਉਹ ਨਵਤੇਜ ਚੀਮੇ ਤੋਂ ਚੱਲਿਆ ਨਹੀਂ। ਇਹਦੀ ਸੋਚ ਸਿਰਫ ਤੇ ਸਿਰਫ ਪੈਸੇ ਕਮਾਉਣ ਨੂੰ ਰਹੀ ਹੈ। ਮੈਂ ਉਹਨਾਂ ਕਾਲਜਸ ਨੂੰ
ਸਪੈਸ਼ਲਾਈਜ਼ਡ ਕੋਰਸਿਸ ਚੱਲਣਗੇ। ਜਿਨ੍ਹਾਂ ਬੱਚਿਆਂ ਦੀ ਜਿਨ੍ਹਾਂ ਜੌਬਸ ਦੀ ਡਿਮਾਂਡ ਹੈ ਨਾ ਮੁਲਕ 'ਚ, ਉਸ ਚੀਜ਼ ਦੇ ਕੋਰਸਿਸ ਹੋਣਗੇ, ਤਾਂ ਕਿ ਜਦੋਂ ਕਿਸੇ ਨੇ ਕੋਈ ਸਪੈਸ਼ਲਾਈਜ਼ਡ ਬੰਦਾ ਲੱਭਣਾ ਹੋਵੇ ਨਾ, ਤੇ ਉਹਨਾਂ ਨੂੰ ਪਤਾ ਹੋਵੇ ਵੀ ਇਸ ਕੈਲੀਬਰ ਦਾ ਬੰਦਾ ਸੁਲਤਾਨਪੁਰ ਲੋਧੀ ਦੇ ਇਸ ਕਾਲਜ 'ਚ ਐਜੂਕੇਟ ਕੀਤੇ ਜਾਂਦੇ, ਤੇ ਇੱਥੋਂ ਬੰਦੇ ਚੱਕ ਕੇ ਲੈ ਕੇ ਜਾਣਗੇ। ਉਹ ਜਿਨ੍ਹਾਂ ਦੀ ਏਜ ਓਵਰ ਓਵਰ ਨਹੀਂ ਕਾਈਂਡ ਆਫ ਐਟ ਪਾਰ ਹੋ ਗਈ ਹੈ, ਜਿਹੜੇ ਹੁਣ ਪੜ੍ਹਨਾ ਨਹੀਂ ਚਾਹੁੰਦੇ ਪਰ ਫਿਰ ਵੀ ਨਸ਼ੇ 'ਚ ਡੁੱਬੇ ਹੋਏ, ਉਹਨਾਂ ਨੂੰ ਕਿਵੇਂ ਬਚਾਓਗੇ ਤੁਸੀਂ? ਮੈਂ ਜਿਹੜੇ ਨਸ਼ੇ 'ਚ ਡੁੱਬੇ ਹੋ, ਪਹਿਲੀ ਗੱਲ ਤਾਂ ਉਹਨਾਂ ਨੂੰ ਜਿਹੜੇ ਨਸ਼ਾ ਛੁਡਾਊ ਕੇਂਦਰ ਨੇ ਉਹਨਾਂ ਦੇ 'ਚ ਮੋਟੀਵੇਟ ਕਰਕੇ ਲੈ ਕੇ ਜਾ ਕੇ ਤੇ ਛੁਡਾਵਾਂਗੇ। ਰੀਹੈਬ ਸੈਂਟਰਸ ਵੀ ਖੋਲੋਗੇ ਇੱਥੇ ਕੋਈ? ਮੈਂ ਅੱਜ ਦੀ ਡੇਟ 'ਚ ਆਪ ਰੀਹੈਬ ਸੈਂਟਰ ਬਾਰੇ ਤਾਂ ਕੋਈ ਵਿਚਾਰ ਨਹੀਂ ਕੀਤਾ, ਬਟ ਜਿਹੜੇ ਐਗਜ਼ਿਸਟਿੰਗ ਰੀਹੈਬ ਸੈਂਟਰਸ ਨੇ ਉਹਨਾਂ ਦੇ ਵਿੱਚ ਜ਼ਰੂਰ ਉਹਨਾਂ ਨੂੰ ਲਿਜਾਵਾਂਗੇ। ਨੰਬਰ 2, ਅਵੇਲੇਬਿਲਿਟੀ ਆਫ ਨਸ਼ਾ ਬੰਦ ਕਰਾਊਂਗਾ, ਠੀਕ ਹੈ। ਨੰਬਰ 3, ਕਿਸੇ ਨਸ਼ੇ ਵਾਲੇ ਬੰਦੇ ਦੀ ਮਦਦ ਨਹੀਂ ਹੋਏਗੀ। ਜਦੋਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਨਸ਼ੇ ਵਾਲੇ ਬੰਦੇ ਦੀ ਮਦਦ ਨਹੀਂ ਹੋਣੀ ਤੇ ਨਸ਼ਾ ਘਟੂਗਾ, ਤੇ ਕਿਸੇ ਨੂੰ ਨਜਾਇਜ਼ ਨਸ਼ਾ ਨਹੀਂ ਪਾਊਂਗਾ। ਜਦੋਂ ਬੰਦੇ ਤੇ ਨਜਾਇਜ਼ ਨਸ਼ਾ ਪੈਂਦਾ ਨਾ, ਤੇ ਫਿਰ ਉਹ ਕਹਿੰਦਾ ਵੀ ਇਹ ਦਾਗ ਤੇ ਲੱਗ ਹੀ ਗਿਆ, ਤੇ ਹੁਣ ਇਹ ਕੰਮ ਕਰਕੇ ਵੇਖ ਲਈਏ। ਮੈਂ ਜੋ ਮਹਿਸੂਸ ਹੋਇਆ ਸੁਲਤਾਨਪੁਰ 'ਚ ਕਿ ਬੜਾ ਵੱਡਾ ਕਾਰਨ ਹੈ ਨਸ਼ਾ ਵਧਣ ਦਾ। ਤੁਸੀਂ ਕਿਹਾ ਨਸ਼ਾ ਅਵੇਲੇਬਿਲਟੀ ਬੰਦ ਕਰਾਊਂਗਾ, ਉਹ ਕਿਵੇਂ? ਵੇਖੋ ਗੱਲ ਇਹ ਹੈ ਜੀ, ਵਧੀਆ ਅਫਸਰ ਲਾ ਕੇ ਤੇ ਪੁਲਿਸ ਕੰਮ ਟਾਈਟ ਰੱਖੇਗੀ ਤੇ ਆਟੋਮੈਟਿਕਲੀ ਨਸ਼ੇ ਨੂੰ ਕੰਟਰੋਲ ਹੋਊਗਾ। ਜਦੋਂ ਪੁਲਿਸ ਦੀ ਸਪੋਰਟ ਨਹੀਂ ਨਸ਼ੇ ਨੂੰ ਵੇਚਣ 'ਚ, ਬੰਦੇ ਜਿਹੜੇ ਨਸ਼ਾ ਵੇਚਦੇ ਆ ਚੱਕ ਕੇ ਅੰਦਰ ਕਰੇਗੀ ਪੁਲਿਸ, ਤੇ ਆਟੋਮੈਟਿਕਲੀ ਨਸ਼ਾ ਬੰਦ ਹੋਏਗਾ। ਤੁਸੀਂ ਕਹਿੰਦੇ ਹੋ ਪੁਲਿਸ ਦੀ ਗੱਲ ਕਰ ਰਹੇ ਹੋ, ਕਾਂਗਰਸ ਸਰਕਾਰ 5 ਸਾਲ ਰਹੀ ਹੈ, ਉਹਨਾਂ ਵੇੜਿਆਂ 'ਚ ਪੁਲਿਸ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ, ਤੇ ਪੁਲਿਸ ਵੱਡੇ ਵੱਡੇ ਆਫਿਸਰਸ ਨਾਲ ਕੋਈ ਕੁਝ ਵੀ ਨਹੀਂ ਕਰ ਪਾਇਆ, ਚੁੱਪ ਬੈਠੇ ਰਹੇ। ਐਡੇ ਐਡੇ ਆਫਿਸਰਸ ਦਾ ਕੋਈ ਕੁਝ ਨਹੀਂ ਕਰ ਪਾਇਆ, ਤੇ ਪਰਚਿਆਂ ਵਾਲਿਆਂ ਦਾ ਕੀ ਕਰਨਾ ਕਿਸੇ ਨੇ? ਵੇਖੋ ਜੀ, ਰਾਣਾ ਜੀ ਨੇ ਤੇ ਸੁਲਤਾਨਪੁਰ ਦੇ ਵਿੱਚ ਜੋ ਨਸ਼ਾ ਵੇਚਿਆ ਗਿਆ, ਉਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਾਹਮਣੇ ਆਵਾਜ਼ ਚੱਕੀ ਸੀ ਕਿ ਨਵਤੇਜ ਸਿੰਘ ਚੀਮਾ ਸੁਲਤਾਨਪੁਰ 'ਚ ਨਸ਼ਾ ਵੇਚਦਾ, ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕੈਪਟਨ ਸਾਹਿਬ ਤੁਹਾਡੇ ਘਰੋਂ ਫੋਨ ਜਾਂਦਾ, ਤੇ ਉਹਨਾਂ ਨੇ ਕਿਹਾ ਮੈਂ ਨਹੀਂ ਕਰਦਾ। ਤੇ ਰਾਣਾ ਜੀ ਨੇ ਬੜੇ ਕਲੀਅਰਲੀ ਕਿਹਾ, ਕਹਿੰਦੇ ਤੁਸੀਂ ਨਹੀਂ ਕਰਦੇ ਤਾਂ ਤੁਹਾਡੇ ਬੰਦੇ ਕਰਦੇ ਆ, ਐਂਡ ਯੂ ਆਰ ਰਿਸਪੋਂਸਿਬਲ ਫॉर ਇਟ। ਤੇ ਉਸ ਸਮੇਂ ਦੇ ਵਿੱਚ ਵੀ ਰਾਣਾ ਜੀ ਨੇ ਡਟ ਕੇ ਨਸ਼ੇ ਦੇ ਉਲਟ ਆਵਾਜ਼ ਚੱਕੀ, ਤੇ ਜੋ ਉਹਨਾਂ ਨੇ ਕਿਹਾ ਉਹ ਅੱਜ ਸੱਚ ਹੋ ਗਿਆ ਸਾਹਮਣੇ। ਕੱਲ STF ਨੇ ਜੀਤੇ ਮੋੜ ਨੂੰ ਚੱਕਿਆ। ਹੂ ਇਜ਼ ਜੀਤਾ ਮੋੜ? ਨਵਤੇਜ ਸਿੰਘ ਚੀਮੇ ਦਾ ਰਾਈਟ ਹੈਂਡ ਮੈਨ, ਨਵਤੇਜ ਸਿੰਘ ਚੀਮੇ ਦਾ ਬਿਜ਼ਨਸ ਪਾਰਟਨਰ। ਸੁਲਤਾਨਪੁਰ ਦੇ ਵਿੱਚ ਜਿਹੜੀ ਵੀ ਕਲੋਨੀ ਕੱਟੀ ਜਾਂਦੀ ਆ, ਉਹਦੇ ਵਿੱਚ ਨਵਤੇਜ ਸਿੰਘ ਚੀਮੇ ਦਾ ਥਰੂ ਜੀਤਾ ਮੋੜ ਹਿੱਸਾ ਰਿਹਾ, ਪਹਿਲੀ ਗੱਲ। ਦੂਜੀ ਗੱਲ, ਜਿੱਥੇ ਨਵਤੇਜ ਸਿੰਘ ਚੀਮੇ ਦਾ ਘਰ ਬਣਿਆ ਉਹ ਕਲੋਨੀ ਜੀਤੇ ਮੋੜ ਨੇ ਕੱਟੀ ਸੀ, ਤੇ ਉਹਦੇ ਵਿੱਚ ਨਵਤੇਜ ਸਿੰਘ ਚੀਮੇ ਨੂੰ ਫ੍ਰੀ ਪਲਾਟ ਦਿੱਤਾ ਤੇ ਕੋਠੀ ਵੀ ਬਣਾ ਕੇ ਦਿੱਤੀ। ਤੇ ਮੈਨੂੰ ਇੱਕ ਗੱਲ ਇਹ ਦੱਸੋ ਕਿ ਕੋਈ ਬੰਦਾ ਕਿਸੇ ਨੂੰ ਫ੍ਰੀ ਪਲਾਟ ਕਿਉਂ ਦੇਗਾ? ਉਹ ਵੀ ਕਰੋੜਾਂ ਰੁਪਏ ਦਾ, 4-5 ਕਰੋੜ ਰੁਪਏ ਦਾ ਪਲਾਟ ਹੋਊਗਾ, 5-7 ਕਰੋੜ ਰੁਪਏ ਨੇ ਉਹਦੇ ਤੇ ਲਾਇਆ। ਉਹਨੂੰ ਸੁਲਤਾਨਪੁਰ ਵਾਲੇ ਸ਼ੀਸ਼ ਮਹਿਲ ਦੇ ਨਾਂ ਨਾਲ ਕਹਿੰਦੇ ਆ। ਚੀਮੇ ਨੇ ਸ਼ੀਸ਼ ਮਹਿਲ ਬਣਾਇਆ, 7 ਕਿੱਲਿਆਂ ਦਾ ਮਾਲਕ 15 ਕਰੋੜ ਦੀ ਕੋਠੀ ਬਣਾ ਸਕਦਾ? ਇਹਨੇ ਡਰੱਗ ਟ੍ਰੇਡ ਨੂੰ ਪ੍ਰਮੋਟ ਕੀਤਾ ਸੁਲਤਾਨਪੁਰ ਦੇ ਵਿੱਚ ਥਰੂ ਜੀਤਾ ਮੋੜ, STF ਨੇ ਚੱਕ ਲਿਆ। ਤੇ ਤੁਸੀਂ ਵੇਖਿਓ ਆਹ ਸਾਰੀਆਂ ਚੀਜ਼ਾਂ ਖੁੱਲ ਕੇ ਇਹਦੇ ਸਾਹਮਣੇ ਆਉਣੀਆਂ। ਪਰ ਇਹ ਕਪੂਰਥਲੇ ਫੜਿਆ ਗਿਆ ਨਾ 5 ਸਾਲਾਂ ਵਿੱਚ, ਉਦੋਂ ਕਿਉਂ ਨਾ ਫੜਿਆ ਗਿਆ? ਹੁਣ ਇਹ ਚੋਣਾਂ ਦੇ ਨੇੜੇ ਹੀ ਕਿਉਂ? ਇਹ ਕਪੂਰਥਲੇ ਨਹੀਂ ਫੜਿਆ ਗਿਆ, ਇਹ ਫੜਿਆ ਗਿਆ ਸਮਵੇਅਰ ਇਨ ਹਰਿਆਣਾ, ਪਾਣੀਪਤ, ਜਿੱਥੇ ਦੀ ਮੈਨੂੰ ਉੜਦੀ ਖਬਰ ਹੈ। ਮੈਂ ਐਗਜ਼ੈਕਟ ਲੋਕੇਸ਼ਨ ਦਾ ਨਹੀਂ ਬਣਾਉਣਾ, ਬਟ ਸਮਵੇਅਰ ਇਨ ਹਰਿਆਣਾ। ਇਹਦਾ ਪਿੰਡ ਕਪੂਰਥਲੇ ਦੇ ਲਾਸਟ ਪਿੰਡ ਆ, ਕਾਲਾ ਸੰਘਿਆ। ਤੇ ਪਿਛਲੇ 20 ਸਾਲਾਂ ਦੇ ਵਿੱਚ ਰਾਣਾ ਜੀ ਨੇ ਕਦੇ ਇਹਨੂੰ ਮੂੰਹ ਨਹੀਂ ਲਾਇਆ, ਇਹਨੂੰ ਸਪੋਰਟ ਨਹੀਂ ਕੀਤੀ। ਤੇ ਇਹ ਤੁਸੀਂ ਸੁਲਤਾਨਪੁਰ ਕਪੂਰਥਲੇ ਜਾ ਕੇ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਕਿ ਇਹ ਪਿਛਲੇ 5 ਸਾਲਾਂ 'ਚ ਕਿੱਥੇ ਰਿਹਾ। ਇਹ ਨਵਤੇਜ ਸਿੰਘ ਚੀਮੇ ਦੇ ਨਾਲ, ਇਹ ਨਵਤੇਜ ਸਿੰਘ ਚੀਮਾ ਐਂਡ ਸਰਬਜੀਤ SHO ਤਿੰਨੋਂ ਬਹਿ ਕੇ ਡਰੱਗ ਟ੍ਰੇਡ ਨੂੰ ਸੁਲਤਾਨਪੁਰ ਦੇ ਵਿੱਚ ਚਲਾਉਂਦੇ ਸੀ। ਜਿਹੜੇ ਮਾਵਾਂ ਦੇ ਪੁੱਤ ਮਰੇ ਆ ਨਾ, ਇਹ ਤਿੰਨੋਂ ਰਿਸਪੋਂਸਿਬਲ ਆ।
ਤੇ ਨਵਤੇਜ ਸਿੰਘ ਚੀਮਾ ਇਜ਼ ਵਨ ਆਫ them। ਤਾਂ ਮੈਂ ਵਾਪਸ ਮੈਨੀਫੈਸਟੋ ਤੇ ਆਉਂਦੀ ਹਾਂ, ਗੱਲ ਕਿਤੇ ਹੋਰ ਚੱਲ ਗਈ। ਮੈਨੀਫੈਸਟੋ 'ਚ ਜਿੰਨੀਆਂ ਕੁ ਚੀਜ਼ਾਂ ਲਿਖੀਆਂ ਸਾਰੀਆਂ ਪੂਰੀਆਂ ਕਰੋਗੇ ਹਰ ਹਾਲ 'ਚ ਕਿ ਨਹੀਂ? ਬਿਲਕੁਲ ਕਰਾਂਗੇ। ਸਟੈਂਪ ਪੇਪਰ ਤੇ ਲਿਖ ਕੇ ਦਿੰਦੇ ਹੋ? ਬਿਲਕੁਲ ਲਿਖ ਕੇ ਲੈਣਾ। ਕੈਮਰੇ ਤੇ ਹੀ ਹੋ ਜਾਓ ਸਿੱਧਾ। ਮੈਂ ਤਾਂ ਵੇਖੋ ਗੱਲ ਇਹ ਆ, ਕਿਸੇ ਨੇ ਮੈਨੂੰ ਜੋ ਚੀਜ਼ਾਂ ਮੈਂ ਪਲਾਨ ਕੀਤੀਆਂ ਕਿਸੇ ਨੇ ਮੈਨੂੰ ਸਮਝਾਈਆਂ ਨਹੀਂ। ਮੈਂ ਕਹਿੰਦਾ ਕਿਸੇ ਪਾਰਟੀ ਦਾ ਇਹ ਮੈਨੀਫੈਸਟੋ ਵੀ ਹੋਵੇ ਤਾਂ ਮੈਨੂੰ ਦੱਸ ਦਿਓ, ਕਿਸੇ ਤੋਂ ਕਾਪੀ ਕੀਤੀ ਹੋਵੇ। ਇਹ ਤਾਂ ਮੇਰਾ ਆਪ ਦਾ ਵਿਜ਼ਨ ਹੈ। ਪਾਰਟੀਆਂ 'ਚ ਬਹੁਤ ਤਗੜੇ ਤਗੜੇ ਦਿਮਾਗ ਬੈਠੇ ਹੁੰਦੇ ਆ ਜਿਹੜੇ ਸੋਚ ਵਿਚਾਰ ਕਰਦੇ ਆ ਕਿ ਕਿਵੇਂ ਕਰਨਾ। ਮੇਰਾ ਮੈਨੀਫੈਸਟੋ ਉਹਨਾਂ ਨਾਲ ਕੰਪੇਅਰ ਕਰ ਲਿਓ, ਜਿਹੜਾ ਚੰਗਾ ਲੱਗੇ ਦੱਸ ਦਿਓ, ਉਹਨਾਂ ਦਾ ਚੰਗਾ ਹੈ ਮੇਰਾ। ਇਹ ਤਾਂ ਮੇਰਾ ਆਪ ਦੀ ਸੋਚ ਹੈ ਤੇ ਮੈਂ ਹਮੇਸ਼ਾ ਜ਼ਿੰਦਗੀ 'ਚ ਇਨੋਵੇਟਿਵ ਕੰਮ ਕੀਤੇ ਆ ਤੇ ਇਨੋਵੇਟਿਵ ਮੇਰਾ ਮੈਨੀਫੈਸਟੋ ਹੈ ਤੇ ਬੜਾ ਪ੍ਰੈਕਟੀਕਲ ਮੈਨੀਫੈਸਟੋ ਹੈ। ਇਸ ਮੈਨੀਫੈਸਟੋ ਨੂੰ ਬੜੇ ਪੈਸੇ ਨਹੀਂ ਲੱਗਣੇ। ਸੋਚ ਵਿਚਾਰ ਜਿਹੜੇ ਕੰਮ ਚੰਗੀ ਸੋਚਣਾ ਹੁੰਦੇ ਉਹਨਾਂ ਨੂੰ ਪੈਸੇ ਨਹੀਂ ਲੱਗਦੇ ਹੁੰਦੇ। ਜਿਨ੍ਹਾਂ ਬੰਦਿਆਂ ਨੂੰ ਕੰਮ ਕਰਨੇ ਆਉਂਦੇ ਹੋਣ ਉਹ 100 ਰੁਪਏ ਵਾਲਾ ਕੰਮ 15 ਰੁਪਏ 'ਚ ਕਰ ਲੈਂਦੇ ਤੇ ਜਿਨ੍ਹਾਂ ਨੂੰ ਕੰਮ ਨਾ ਕਰਨਾ ਆਉਂਦਾ ਹੋਵੇ ਉਹ 15 ਰੁਪਏ ਵਾਲਾ 100 ਰੁਪਏ 'ਚ ਕਰਦੇ ਆ। ਧੰਨਵਾਦ ਜੀ, ਥੈਂਕ ਯੂ। ਤਾਂ ਇਹ ਸੀ ਸਾਡੇ ਨਾਲ ਰਾਣਾ ਇੰਦਰ ਜੀ। ਇਹਨਾਂ ਨੇ ਆਪਣਾ ਮੈਨੀਫੈਸਟੋ ਸਾਡੇ ਨਾਲ ਸ਼ੇਅਰ ਕੀਤਾ ਕਿ ਮੈਂ ਰੁਜ਼ਗਾਰ ਲੈ ਕੇ ਆਊਂਗਾ, ਇੱਥੇ ਐਜੂਕੇਸ਼ਨ ਲੈ ਕੇ ਆਊਂਗਾ। ਜਿਹੜਾ ਇੱਥੋਂ ਦੇ ਨੌਜਵਾਨ ਡਰੱਗਸ ਵਿੱਚ ਡੁੱਬੇ ਹੋਏ ਆ ਉਹਨਾਂ ਨੂੰ ਕਿਵੇਂ ਠੱਲ ਪਾਊਂਗਾ, ਕਿਵੇਂ ਉਹਨਾਂ ਨੂੰ ਸਹੀ ਰਾਹ 'ਤੇ ਪਾਊਂਗਾ। ਬਾਕੀ ਦੇਖਦੇ ਹਾਂ ਇਹ ਆਪਣੇ ਮੈਨੀਫੈਸਟੋ 'ਚੋਂ ਕਿੰਨੀਆਂ ਕੁ ਗੱਲਾਂ ਆਉਣ ਵਾਲੇ ਟਾਈਮ 'ਚ ਪੂਰੀਆਂ ਪਗਾਉਂਦੇ ਆ, ਨਹੀਂ ਪਗਾਉਂਦੇ। ਜਦ ਕਿ ਇਹਨਾਂ ਨੇ ਕਿਹਾ ਹੈ ਕੈਮਰਾ 'ਤੇ ਕਿ ਹਰ ਹਾਲ 'ਚ ਮੈਂ ਸਾਰੀਆਂ ਗੱਲਾਂ ਪੂਰੀਆਂ ਕਰੂੰਗਾ। ਕੈਮਰਾਮੈਨ ਬਲਜਿੰਦਰ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।